ਕਿ ਜਿਹੜਾ ਕੁਝ ਹੋ ਰਿਹਾ ਹੁਣ ਪੰਜਾਬ ਦੇ ਵਿੱਚ ਉਹ ਮੈਂ ਤੁਹਾਡੇ ਸਾਹਮਣੇ ਇਹ ਸਾਰੀਆਂ ਗੱਲ ਰੱਖ ਸਕਾਂ। ਇਹ ਸ਼ੁਰੂ ਤਾਂ ਹੋਇਆ ਸੀ ਇਹ ਕੋਵਿਡ ਤੋਂ, ਔਰ ਫਿਰ ਫਸਲ ਵੱਢੀ ਜਾ ਰਹੀ ਸੀ, ਲੋਕਾਂ ਨੂੰ ਫਿਕਰ ਸੀ ਕਿ ਫਸਲ ਦਾ ਕੀ ਹੋਊਗਾ। ਵੈਸੇ ਇਹ ਸਾਰੀਆਂ ਗੱਲਾਂ ਤੁਸੀਂ ਮੈਥੋਂ ਜਾਣਨਾ ਚਾਹੁੰਦੇ ਸੀ। ਪਹਿਲੀ ਗੱਲ ਤਾਂ ਵਧਾਈ ਮੈਂ ਤੁਹਾਨੂੰ ਪਿਛਲੀ ਵਾਰ ਵੀ ਦਿੱਤੀ, ਫਿਰ ਦਿੰਦਾ। ਹੁਣ ਕੱਲ੍ਹ ਪਰਸੋਂ ਨੂੰ ਆਪਣੀ ਵਾਢੀ ਖਤਮ ਹੋ ਜਾਣੀ ਹੈ, ਖਰੀਦ ਖਤਮ ਹੋ ਜਾਣੀ ਹੈ, ਔਰ 128 ਲੱਖ ਸਾਡੇ ਮੈਟ੍ਰਿਕ ਟਨ ਤੱਕ ਇਹ ਆਪਣੀ ਫਸਲ ਐਤਕੀ ਪਹੁੰਚੀ ਹੈ। ਵਾਹਿਗੁਰੂ ਕਰੇ ਤੁਹਾਡੇ ਸਾਰੇ ਪਰਿਵਾਰ ਇਸ 'ਤੇ ਸੁਖੀ ਰਹਿਣ। ਉਹਦੇ 'ਚ ਤਕਰੀਬਨ 23,000 ਕਰੋੜ ਰੁਪਈਆ ਆਪਣੇ ਰੂਰਲ ਸੈਕਟਰ, ਆਪਣੇ ਕਿਸਾਨਾਂ ਵਾਸਤੇ ਇਹ ਆ ਚੁੱਕਿਆ ਇਸ ਫਸਲ ਦੇ ਰਾਹੀਂ। ਸੋ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਾਂਭ ਸਕੋਗੇ। ਜਿੱਥੇ ਤੱਕ ਕੋਵਿਡ ਦਾ ਮਸਲਾ ਹੈ, ਦੇਖੋ ਕੋਵਿਡ ਮੈਂ ਬਹੁਤ ਦੇਖਦਾ ਰਹਿੰਦਾ, ਲੋਕ ਕਹਿੰਦੇ ਵੀ ਰਹਿੰਦੇ ਨੇ ਕਿ ਜੀ ਹੁਣ ਮੁੱਕ ਚੱਲਿਆ, ਕੁਛ ਨਹੀਂ ਮੁੱਕਿਆ। ਇਹ ਦੁਨੀਆ ਤੁਸੀਂ ਅਗਰ ਦੇਖੋ, ਸਾਰੀ ਦੁਨੀਆ 'ਚ ਇਹ ਗੱਲ ਫੈਲ ਰਹੀ ਹੈ ਅਤੇ ਹੋ ਨਹੀਂ ਸਕਦਾ ਕਿ ਇਹ ਹਿੰਦੁਸਤਾਨ ਦੇ ਵਿੱਚ ਇਹ ਗੱਲ ਮੁੱਕ ਜੇ। ਇਹ ਆਪਾਂ ਨੂੰ ਬਹੁਤ ਇਹਤਿਆਤ ਕਰਨੀ ਪਊ, ਬਹੁਤ ਆਪਾਂ ਨੂੰ ਸੰਭਾਲ ਕੇ ਕੰਮ ਚੱਲਣਾ ਪਊਗਾ, ਤਾਂ ਹੀ ਆਪਾਂ ਇਹਨੂੰ ਕੰਟਰੋਲ 'ਚ ਰੱਖ ਸਕਾਂਗੇ। ਅੱਜ ਇਹ ਬਿਮਾਰੀ ਕੀ ਹੈ ਸਾਨੂੰ ਪਤਾ ਹੈ ਕਿ ਵਾਇਰਸ ਹੈ। ਕਿਸ ਕਿਸਮ ਦਾ ਵਾਇਰਸ ਹੈ, ਕਿੱਥੋਂ ਆਇਆ, ਕੈਸੇ ਇਹਦੀ ਦੇਖਭਾਲ ਹੋਣੀ ਚਾਹੀਦੀ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਹੁਣ ਤਾਂ ਸਿਰਫ ਡਾਕਟਰ ਉਹੀ ਦੱਸਦੇ ਨੇ, ਥੋੜ੍ਹਾ ਬਹੁਤਾ ਜਿਹੜਾ ਤੁਹਾਨੂੰ ਦਵਾਈ ਕੋਈ ਕਰੋਸਿਨ ਦੇ ਦੇ ਜਾਂ ਕੁਛ ਦੇ ਦੇ ਤੁਹਾਨੂੰ ਤੁਹਾਡੀ ਸਿਹਤ ਠੀਕ ਰੱਖਣ ਵਾਸਤੇ, ਲੇਕਿਨ ਇਹਨੂੰ ਕੈਸੇ ਅਸੀਂ ਕਾਬੂ ਕਰ ਸਕਦੇ ਹਾਂ ਦੁਨੀਆ ਭਰ 'ਚ, ਉਹਦਾ ਹਾਲੇ ਕਿਸੇ ਨੂੰ ਪਤਾ ਨਹੀਂ। ਹਰ ਮੁਲਕ ਆਪਣੀ ਰਿਸਰਚ ਕਰ ਰਿਹਾ, ਹਿੰਦੁਸਤਾਨ ਵੀ ਕਰ ਰਿਹਾ, ਅਮਰੀਕਾ 'ਚ ਹੋ ਗਈ, UK 'ਚ ਹੋ ਗਈ, ਜਰਮਨੀ 'ਚ ਹੋ ਰਹੀ ਹੈ, ਸਵਿਟਜ਼ਰਲੈਂਡ ਵਿੱਚ ਹੋ ਰਹੀ ਹੈ, ਔਰ ਕੋਈ ਨਾ ਕੋਈ ਇਹਦਾ ਨਿਕਲੂਗਾ। ਲੇਕਿਨ ਜੋ ਪਤਾ ਲੱਗ ਰਿਹਾ ਜਦ ਨਿਕਲੂ ਕਿ ਕੀ ਇਹਦਾ ਇਲਾਜ ਹੈ, ਜਦ ਨੂੰ ਆਊਗਾ ਸਾਡੇ ਔਰ ਇੱਥੇ ਅਸੀਂ ਇਸਤੇਮਾਲ ਕਰ ਸਕਾਂਗੇ। ਸਾਲ ਲੰਘ ਸਕਦਾ ਇਸ 'ਚ, ਤਾਂ ਸਾਨੂੰ ਤਿਆਰੀ ਪੂਰੀ ਆਪਾਂ ਨੂੰ ਰੱਖਣੀ ਪਊਗੀ, ਔਰ ਅਸੀਂ ਰੱਖ ਰਹੇ ਹਾਂ। ਪੰਜਾਬ ਦੇ ਵਿੱਚ ਮੈਂ ਇਹ ਤੁਹਾਡੀ ਹਿੰਮਤ ਹੈ ਜਿਹੜੀ ਤੁਸੀਂ ਸਾਰਿਆਂ ਨੇ ਆਪਣੀ ਇਹਦਾ ਬਚਾਓ ਕੀਤਾ ਹੈ। ਜੋ ਅਸੀਂ ਸਰਕਾਰ ਵੱਲੋਂ ਤੁਹਾਨੂੰ ਦੱਸਦੇ ਰਹੇ ਹਾਂ ਕਿ ਡਾਕਟਰ ਇਹ ਕਹਿੰਦੇ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਤੁਸੀਂ ਮਾਸਕ ਪਾਓ, ਤੁਸੀਂ ਬਾਹਰ ਆਪਣੇ ਜਾ ਕੇ ਜਦੋਂ ਜਾਂਦੇ ਹੋ ਤੁਸੀਂ ਲੋਕਾਂ ਨੂੰ 6 ਫੁੱਟ ਤੋਂ ਘੱਟ ਨਾ ਤੁਸੀਂ ਆਪਣਾ ਵਕਫਾ ਰੱਖੋ, ਤਾਂ ਕਿ ਤੁਸੀਂ ਉਹਨਾਂ ਦੇ ਨਾਲ ਜਿਹੜੀ ਗੱਲ ਤੁਸੀਂ ਉਹਨਾਂ ਨਾਲ ਕਰਨੀ ਹੈ। ਉਹ ਇਹ ਸਾਰੀਆਂ ਚੀਜ਼ਾਂ ਦੱਸੀਆਂ। ਫਿਰ ਡਾਕਟਰਾਂ ਨੇ ਕਿਹਾ ਹੱਥ ਧੋ, ਸਾਬਣ ਇਸਤੇਮਾਲ ਕਰੋ, ਜਿੰਨੀ ਵਾਰ ਧੋ ਸਕਦੇ ਹੋ ਉਨਾ ਚੰਗਾ ਹੈ। ਇਹਦੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਨਾ, ਉਹਦੇ ਨਾਲ ਪੰਜਾਬ ਦੇ ਵਿੱਚ ਕਾਬੂ ਰਿਹਾ। ਇਹ ਸ਼ੁਰੂਆਤ ਕਿੱਥੋਂ ਹੋਈ ਸੀ? ਜਦੋਂ ਕੁਛ ਸਾਡੇ NRI ਬਾਹਰੋਂ ਆਏ, ਕੁਛ ਏਅਰਪੋਰਟ ਆਏ ਆਪਣੇ ਅੰਮ੍ਰਿਤਸਰ, ਕੁਛ ਆਏ ਆਪਣੇ ਮੋਹਾਲੀ ਵਿੱਚ, ਔਰ ਕੁਛ ਦਿੱਲੀ ਰਾਹੀਂ ਆਏ। 1,35,000 ਆਏ, ਉੱਥੋਂ ਸ਼ੁਰੂਆਤ ਹੋਈ। ਥੋੜ੍ਹੀ ਬਹੁਤੀ ਨਵਾਂ ਸ਼ਹਿਰ ਵਿੱਚ ਔਰ ਥੋੜ੍ਹੀ ਬਹੁਤੀ ਹੁਸ਼ਿਆਰਪੁਰ ਵਿੱਚ। ਉਸ ਤੋਂ ਬਾਅਦ ਫਿਰ ਇਹ ਜਿਹੜਾ ਨਿਜ਼ਾਮੂਦੀਨ ਦਾ ਉੱਥੋਂ ਦਿੱਲੀ ਤੋਂ ਉੱਥੋਂ ਆਏ, ਉਹ ਮਾਨਸਾ, ਸੰਗਰੂਰ ਉੱਧਰਲੇ ਪਾਸੇ, ਉੱਥੇ ਇਹ ਗੱਲ ਉੱਥੇ ਫੈਲ ਗਈ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਨੰਦੇੜ ਸਾਹਿਬ ਤੋਂ ਆਏ, ਔਰ ਉਹਨਾਂ ਦੇ ਨਾਲ ਹੀ ਸਾਡੇ ਕੋਈ 4,000 ਬੰਦਾ ਗਿਆ ਸੀਗਾ ਰਾਜਸਥਾਨ 'ਚ ਸਰੋਂ ਵੱਢਣ ਲਈ, ਉਹ ਜਿਹੜੇ ਵਾਪਸ ਆਏ, ਔਰ ਕੁਛ ਕੋਟਾ ਤੋਂ ਆਏ। ਇਹ ਸਾਰਿਆਂ ਦੇ ਨਾਲ ਫਿਰ ਇੱਕ ਸਪਾਈਕ ਆਈ, ਲੇਕਿਨ ਉਹ ਵੀ ਕਾਬੂ ਅਸੀਂ ਕਰ ਲਈ। ਸੋ ਬਾਹਰੋਂ ਜਿਹੜੀਆਂ ਆਈਆਂ ਨੇ ਉਹ ਕਾਬੂ ਹੋ ਗਿਆ। ਹੁਣ ਕੀ ਹੋ ਰਿਹਾ ਉਰੇ? ਹੁਣ ਇੱਕ ਜਦੋਂ ਕੋਈ ਬਾਹਰੋਂ ਆਉਂਦਾ ਹੈ, ਔਰ ਅਗਰ ਉਹ ਬੰਦਾ ਬਗੈਰ ਡਾਕਟਰ ਦੇ ਕੋਲ ਆਪਣੇ ਜਿੱਥੇ ਸਾਡੀ ਟੀਮਸ ਨੇ ਉਹਨਾਂ ਨੂੰ ਰਿਪੋਰਟ ਕਰੇ ਬਗੈਰ ਆਪਣੇ ਘਰਾਂ ਚਲੇ ਜਾਂਦਾ, ਫਿਰ ਸਾਨੂੰ ਉਹਨਾਂ ਨੂੰ ਜਾ ਕੇ ਪਿੱਛੋਂ ਭਾਲਣਾ ਪੈਂਦਾ ਕਿ ਕਿਹਨੂੰ ਮਿਲਿਆ ਇਹ ਬੰਦਾ। ਹੁਣ ਦੇਖੋ ਤੁਸੀਂ ਕਿ ਅਸੀਂ ਜਿਹੜੇ ਬੰਦੇ ਆਏ ਨੇ ਉਰੇ, ਉਹਨਾਂ ਦੇ ਜਿਹੜੇ ਅੱਗੇ ਜਾ ਕੇ ਮਿਲੇ ਨੇ ਜਦ ਬਿਮਾਰੀ ਦੇ ਹਾਲਾਤ ਦੇ ਵਿੱਚ 9,560 ਬੰਦੇ, ਜਿਨ੍ਹਾਂ ਨੂੰ ਸਾਨੂੰ ਟਰੇਸ ਕਰਨਾ ਪਿਆ, ਭਾਲਣਾ ਪਿਆ, ਔਰ ਫਿਰ ਉਹਨਾਂ ਦੀ ਸਾਨੂੰ ਇਲਾਜ ਕਰਾਉਣਾ, ਦੇਖਣਾ ਪਿਆ ਕਿ ਇਹਨਾਂ ਨੂੰ ਕੋਵਿਡ ਤਾਂ ਨਹੀਂ ਹੋ ਰਿਹਾ, ਔਰ ਉਹਨਾਂ ਦੇ ਵਿੱਚੋਂ ਕੁਝ ਨਿਕਲੇ ਨੇ। ਹੁਣ ਅੱਜ ਦੇਖੋ, ਕੱਲ੍ਹ ਪਰਸੋਂ ਦੀ ਗੱਲ ਹੈ, 23 ਬੰਦੇ ਸੇ ਨਵੇਂ ਕੋਵਿਡ ਵਾਲੇ ਸਾਡੇ ਪੰਜਾਬ 'ਚ। ਕੱਲ੍ਹ ਰਾਤ ਜਿਹੜੇ ਅੱਜ ਖਬਰ ਮੇਰੇ ਕੋਲ ਆਈ ਹੈ ਉਹ 19 ਨੇ, ਔਰ ਅੱਜ ਦੀ ਖਬਰ ਆਊਗੀ ਕੱਲ੍ਹ ਨੂੰ, ਉਹ ਦੇਖਾਂਗੇ ਉੱਥੇ ਕੀ ਹੁੰਦਾ ਹੈ। ਲੇਕਿਨ ਹਿੰਦੁਸਤਾਨ 'ਚ ਸਭ ਤੋਂ ਘੱਟ ਹੈ, 2158 ਬੰਦਿਆਂ ਨੂੰ ਕੋਵਿਡ ਹੋਇਆ ਹੈ, ਔਰ ਅੱਜ 1946 ਬੰਦੇ ਅੱਜ ਅਸੀਂ ਉਹ ਇਲਾਜ ਕਰਕੇ ਵਾਪਸ ਚਲੇ ਗਏ। 402 ਹਾਲੇ ਸਾਡੇ ਇਲਾਜ ਦੇ ਵਿੱਚ ਰਹੇ ਨੇ। ਲੇਕਿਨ ਇਹ ਜਿਹੜੇ ਬੰਦੇ ਆਏ ਨੇ 23 ਪਰਸੋਂ ਔਰ 19 ਕੱਲ੍ਹ, ਇਹ ਬਾਹਰੋਂ ਨਹੀਂ ਆਏ,
ये इत्थों ही फैल रही है बीमारी, और ये जी फैल रही है, ये मैनू खतरा है इस गल का। ये स्टेज 3 ते आके जब ये फैलन लग जाए और होरां नूं लग जाए तो बध सकती है। इस करके ये बहुत जरूरी है कि इसनूं खतरा समझ के तुसीं अज भी ਉਹੀ जो डॉक्टर तुहानूं दसदे ने अपना मास्क पाओ। मैं तुहानूं दस दिना कि इत्थे इत्थे लोग कई मास्क नहीं पाउंदे, और आ मेरे कोल आंकड़े ने जिहड़े मैं तुहानूं दसना चाहुंदा कि मैनूं सोशल मीडिया ते कई लोग पुछदे ने तुसीं लोग मास्क बगैर आउंदे ने, तुसीं कोई कदम नहीं चक रहे। मैं दसां तुहानूं कि मास्क बगैर आए ने 17 मई तो लैके 28 मई तक 11 दिनां 'च 36,820 बंदे फाइन हुए ने जिन्हां ने मास्क नहीं पाया, और 4,032 बंदे फाइन हुए ने जिन्हां ने सड़कों के थुके। हुण ये बीमारी फैलती कैसे है? ये थुक तो फैलती है, और तुसीं अगर थुकी जाओ सारे किते और तुसीं अपने मास्क ना पाओ तो तुसीं बीमारी फैलाउण दी गल्लां कर रहे हो। और ये इत्थे और इन्हां ते 503 FIR होईयां ने ताकि इस नाल इन्हां नूं पता लगे कि जिहड़े बंदे कानून तोड़ते हैं उहदा फिर की असर हुंदा है। ये पिछले 24 घंटिਆਂ ਦੇ ਵਿੱਚ 6,061 बंदे ने जिहड़े मास्क ਦੇ ਵਿੱਚ जिन्हां ने नहीं पाई, और जिन्हां नूं उन्हां ने फाइन किया पुलिस ने, और 863 बंदे ने जिन्हां ने कल दे दिन थुक करदे उन्हां नूं फड़िया गया सी, और इन्हां ते 29 FIR होईयां ने। हुण देख लो कि तुसीं ये गल्लां सारियां भुल रहे हो जो दसियां ने, और ये चीज़ां ने जिहड़ियां इत्थे इस बीमारी नूं फैलाउंदियां ने। तो ये बड़ी माड़ी गल है। तुसीं अगर अपने पंजाब नूं बचाउणा है, अपने गुआंढ नूं बचाउणा है, अपने पिंड नूं बचाउणा है, अपने शहर नूं बचाउणा है, तो आही तुहानूं करना पऊगा। आ जिहड़ियां गल्लां तुसीं कीतियां ने बिल्कुल गलत बात है, और इन्हां नूं जिन्हां ने कीतियां ने भुगतना पऊ। हर चीज़ ते 500 रुपए का एक फाइन है, तुहानूं पता है। कोई मास्क नहीं पाऊगा और फड़िया गया तो 500 रुपए का फाइन, अगर थुक्या और वो फड़िया गया 500 रुपए का फाइन। ये सारिया चीज़ां यही तरीका है कि लोग समझणगे, नहीं तो कोई समझता ही नहीं। कोई समझते नहीं कि सारी गल ही मुक्क गई। ये गल नहीं मुक्की, इन्हें अगे फैलना है, और इस करके मैं इसनूं तुहानूं हुण बेनती करना चाहुंदा कि इहनूं सीरीयसली बहुत गंभीरता नाल सोच के ये तुसीं कदम चक्को। तुसीं हुण मैनूं पुछोगे, मैनूं कईयां ने पुछिआ कि कदों तुसीं इस लॉकडाउन नूं चक्कोगे। लॉकडाउन तो चक्या ही चक्या है, क्योंकि 7 बजे सवेरे तो लैके शाम तक तुहानूं असीं पूरी खुल छुट्टी दे सकदी है कि तुसीं बाहर जाके अपनी दुकाना जिहड़ा कुछ खरीदना तुसीं खरीदो। लेकिन शाम के 7 बजे तो लैके सवेर के 7 बजे तक वो गवर्नमेंट ऑफ इंडिया की करफ्यू है। हुण गवर्नमेंट ऑफ इंडिया की दसदे ने वो देखांगे 31 तरीक नूं। 31 तरीक नूं प्राइम मिनिस्टर जरूर कुछ ना कुछ ऐलान करनगे, क्योंकि उन्हां दा लॉकडाउन 31 तरीक तक है करफ्यू। हुण तां ही सुधरिआ कम, और मैं नहीं चाहुंदा कि एक आउट ऑफ कंट्रोल चला जाए। बंबई दे विच देखिआ तुसीं लखां दे बंदे उत्थे होए ने। अमरीका 1 लाख तो मर गए उत्थे, और पता नहीं 17 लाख ने जिहड़े इस वेले कोविड दे नाल ने। यूके देखो 34,000 मर गए, और पता नहीं किन्ने लखां च उत्थे जर्मनी दे विच, स्विट्जरलैंड विच, सारे मुल्कां दे विच यही हो रहा है। तो असीं अपने पंजाब नूं बचाया होया है, और हुण इहो जी गल ना आपां कोई कर दईए जिहदे नाल बिल्कुल आपां होर नुकसान करा लईए अपना। तो मेरी यही बेनती तुहानूं कोविड विच कुछ हुण थोड़े सवाल आए ने, वो सवाल मैं हुण थोड़े उन्हां दा जवाब देने की कोशिश करांगा। पहला सवाल था ये की तुसीं कर सकोगे, उन्होंने किसी ने पूछा है दीपांशु जी ने, कि अपनी नौकरियां आपां पंजाब च वधा सकीए। देखो वीरो, नौकरियां बनदियां ने कैसे? सरकारी नौकरियां होंदियां ने, पर वो तो छोड़ियां ही होंदियां ने। जिन्ने रिटायर होंदे ने उन्ने नਵੇਂ बंदे आ जांदे ने, कोई नवीं कोई चीज़ लग जाती है, थोड़े थोड़े ਜਿਹੇ होर लग जाते हैं। इंडस्ट्री ਦੇ ਵਿੱਚ ਹੁਣ खुशी ਦੀ ਇਹ ਗੱਲ ਹੈ कि ਪਹਿਲਾਂ जिथे 2% सी, और सिर्फ 2% साड़ी 2,56,000 ਦੇ ਵਿੱਚੋਂ इंडस्ट्री ਚੱਲ ਰਹੀ ਸੀ। वो गोबिंदगढ़ थोड़ी बहुती और थोड़ी फार्मास्यूटिकल इंडस्ट्री चल रही सी। हुण कुछ दिनों जब तो ये खोलिया सेंटर ने, उदों तो 85% ही साड़ी इंडस्ट्री हुण चल पई है, और साढ़े लेबर भी उत्थे है। तुसीं नौकरियां की गल कीती, 65% साड़ी लेबर इस वेले साढ़े वो फैक्ट्रियां दे विच काम कर रही है। सो ये लेबर का तो आही तरीका है।
ਹੁਣ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਆ, ਉੱਥੇ ਵੀ ਲੇਬਰ ਲੱਗੂ। ਫਿਰ ਵਾਢੀ ਹੋਣੀ ਆ, ਉੱਥੇ ਵੀ ਲੱਗੂ। ਫਿਰ ਕਣਕ ਦੀ ਬਿਜਾਈ ਹੋ, ਉੱਥੇ ਵੀ ਲੱਗੂ। ਤਾਂ ਸਾਰੀਆਂ ਇਹ ਕੋਈ ਖੇਤੀਬਾੜੀ ਨਾਲ ਸੰਬੰਧਿਤ ਨੇ, ਕੋਈ ਫੈਕਟਰੀਆਂ ਦੇ ਨਾਲ ਸੰਬੰਧਿਤ ਨੇ, ਕੋਈ ਹੋਰ ਨੌਕਰੀਆਂ ਨੇ ਜਿਹੜੀਆਂ ਲੋਕ ਆਪਣੀਆਂ ਕਰਦੇ ਨੇ, ਕੋਈ ਕੰਸਟਰਕਸ਼ਨ ਇੰਡਸਟਰੀ ਵਿੱਚ ਹੈ, ਕੋਈ ਕਿਤੇ ਹੈ। ਫਿਰ ਤੁਸੀਂ ਮੈਨੂੰ ਪੁੱਛਿਆ IT ਇੰਡਸਟਰੀ, ਮਲਟੀਨੈਸ਼ਨਲ IT ਕੰਪਨੀਜ਼ ਤੁਸੀਂ ਪੰਜਾਬ ਦੇ ਵਿੱਚ ਲਿਆਓ। ਇਹ ਤਾਂ ਪਹਿਲਾਂ ਹੀ ਅਸੀਂ ਲਿਆਏ ਹੋਏ ਹਾਂ। ਮੋਹਾਲੀ ਅਗਰ ਤੁਸੀਂ ਜਾ ਕੇ ਦੇਖੋ, ਜਦੋਂ ਮੇਰੀ ਪਹਿਲੀ ਸਰਕਾਰ ਸੀ ਅਸੀਂ ਇੰਨੀਆਂ ਉੱਥੋਂ ਲਿਆਈਏ। ਕੁਆਰਕ ਲੱਗੀ ਸੀ, ਜਿਹੜੇ ਤੁਸੀਂ ਵੱਡੇ ਵੱਡੇ ਨਾਮ ਜਾਣਦੇ ਹੋ ਸਾਰੇ ਇੱਥੇ ਆਏ ਹੋਏ ਸੀ। ਕਿ ਕੁਛ ਰੁਕਿਆ ਕੰਮ, ਕੁਛ ਬਦਲ ਗਿਆ ਕੰਮ। ਹੁਣ IT ਇੰਡਸਟਰੀ ਵੀ ਐਡਵਾਂਸ ਕਰ ਰਹੀ ਹੈ, ਕੁਛ ਕਿਸੇ ਤਰੀਕੇ ਨਾਲ ਚੱਲਦੀ ਹੈ, ਕੋਈ ਕਿਸੇ ਤਰੀਕੇ ਨਾਲ ਚੱਲਦੀ ਹੈ। ਤਾਂ ਹਾਲੇ ਵੀ ਚੱਲ ਰਹੀਆਂ ਨੇ, ਇੱਥੇ ਕਈ ਉਰੇ ਆਈਆਂ ਨੇ। ਵਾਧਾ ਉਹਨਾਂ 'ਚ ਆਉਣਾ। ਹੁਣ ਅਗਰ ਹਾਲਾਤ ਸੁਧਰਨਗੇ ਤਾਂ ਫਿਰ ਵਾਧਾ ਉਹਨਾਂ ਦੇ ਵਿੱਚ ਉਦੋਂ ਆਊਗਾ। ਇਹ ਜਸਟਿਸ ਸਿੱਧੂ ਸਾਹਿਬ ਨੇ ਅਤੇ ਗੌਰਵ ਕੁਮਾਰ ਜੀ ਨੇ ਫਾਜ਼ਿਲਕਾ ਤੋਂ ਪੁੱਛਿਆ ਮੈਨੂੰ। ਔਰ ਫਿਰ ਮੈਨੂੰ ਰੁਚਿਕਾ ਜੀ ਨੇ ਮੈਨੂੰ ਇਹ ਪੁੱਛਿਆ, ਤੁਹਾਨੂੰ 2% ਸਾਡੀ ਜਿਹੜੀ GSTP ਹੈ 6 ਲੱਖ ਕਰੋੜ, ਉਹਨਾਂ ਦੇ ਵਿੱਚੋਂ ਸਾਨੂੰ 3% ਦਾ ਲੋਨ ਲੈਣ ਵਾਸਤੇ ਇਜਾਜ਼ਤ ਹੈ। ਉਹ ਅਸੀਂ 2% ਹੋਰ ਮੰਗੀ ਸੀ ਕਿ 3% ਤੋਂ ਤੁਸੀਂ 5% ਕਰ ਦਿਓ ਕਿ ਅਸੀਂ ਲੈ ਸਕੀਏ। ਔਰ ਉਹ ਇਜਾਜ਼ਤ ਉਹਨਾਂ ਨੇ ਦੇ ਦਿੱਤੀ ਹੈ ਸਾਨੂੰ। ਲੇਕਿਨ ਉਹਦੇ 'ਤੇ ਇਹਨਾਂ ਨੇ ਕੰਡੀਸ਼ਨ ਲਗਾ ਦਿੱਤੇ। ਹੁਣ ਇਹ ਕੰਡੀਸ਼ਨ ਨਹੀਂ ਲੱਗ ਸਕਦੇ। ਇਹ ਫੈਡਰਲ ਸਟਰਕਚਰ ਹੈ। ਸਾਡਾ ਆਰਥਿਕਤਾ ਸਾਡੇ ਆਪਣੇ ਹੱਥਾਂ ਦੇ ਵਿੱਚ ਹੈ, ਸਾਡੇ ਹੱਥਾਂ ਦੇ ਵਿੱਚ। ਫਾਈਨੈਂਸ਼ੀਅਲ ਜਿਹੜੇ ਇੰਸਟੀਟਿਊਸ਼ਨਸ ਨੇ ਕੈਸੇ ਚੱਲਦੀਆਂ ਨੇ ਉਹ ਸਾਡਾ ਕੰਮ ਹੈ। ਫਾਈਨੈਂਸ ਕੈਸੇ ਚੱਲਦੇ ਨੇ ਕਿਸੇ ਮਹਿਕਮੇ ਦੇ, ਉਹ ਸਾਡਾ ਕੰਮ ਹੈ। ਔਰ ਤੁਸੀਂ ਨਹੀਂ ਲਗਾ ਸਕਦੇ ਇਹਦੇ 'ਤੇ ਕਿ ਤੁਸੀਂ ਉਹਦੇ 'ਤੇ ਲਗਾ ਦਿਓ ਕਿ ਜਿਹੜਾ ਅਗਰ ਤੁਸੀਂ ਇਹ 0.5% ਲੈਣਾ ਤਾਂ ਇਹ ਕਰਨਾ ਪਊ, ਜਾਂ 1% ਲੈਣਾ ਤਾਂ ਇਹ ਕਰਨਾ ਪਊ। ਤੁਹਾਡੇ ਹੱਥ 'ਚ ਨਹੀਂ। ਅਸੀਂ ਨਹੀਂ ਇਸ ਗੱਲ ਨੂੰ ਮੰਨਦੇ। ਐਂਡ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਇਸ ਨੂੰ ਅਮੈਂਡ ਕਰਨਾ ਪਊਗਾ ਕਿ ਅਨਕੰਡੀਸ਼ਨਲ ਇਹ ਸਾਨੂੰ ਇਹ ਪੈਸੇ ਦੇਣੇ ਪੈਣਗੇ ਉਹਨਾਂ ਨੂੰ, ਜਿਹਦੇ ਨਾਲ ਅਸੀਂ ਆਪਣੇ ਪੰਜਾਬ ਨੂੰ, ਸਾਨੂੰ ਪਤਾ ਹੈ ਕਿ ਸਾਡੇ ਕਿਹੜੇ ਮਹਿਕਮੇ ਦੇ ਵਿੱਚ ਸਾਨੂੰ ਕੀ ਕੁਛ ਲੋੜ ਹੈ। ਔਰ ਸਾਡਾ ਪੈਸਾ ਹੈ, ਅਸੀਂ ਉਧਾਰ ਲੈ ਰਹੇ ਹਾਂ ਔਰ ਅਸੀਂ ਮੋੜਨਾ ਹੈ। ਔਰ ਤੁਸੀਂ ਸਾਨੂੰ ਦੱਸੋ ਕਿ ਕੈਸੇ ਕਰੋ। ਇਹ ਕੈਸੇ ਚੱਲ ਸਕਦਾ ਕੰਮ? ਇਹੀ ਸਾਡੀ ਪ੍ਰੋਬਲਮ ਅੱਜ ਤੋਂ ਨਹੀਂ, ਜਦ ਝਗੜਾ ਵੀ ਪੰਜਾਬ ਦੇ ਵਿੱਚ ਇੱਕ ਵਾਰ ਹੋਇਆ ਸੀ ਕਈ ਸਾਲ 1970-80 ਦੇ ਵਿੱਚ, ਇੱਕ ਜਿਹੜੀ ਮੰਗ ਸੀ ਆਈ ਸੀ ਫੈਡਰਲ ਸਟਰਕਚਰ ਦੀ, ਜਿਹੜੀ ਕਿ ਤੁਸੀਂ ਸਾਡੇ ਤੋਂ ਸਾਰੀਆਂ ਤਾਕਤਾਂ ਖਿੱਚ ਰਹੇ ਹੋ। ਇਹ ਬਿਲਕੁਲ ਗਲਤ ਬਾਤ ਹੈ। ਅਸੀਂ ਸਟੇਟ ਹੈ, ਅਸੀਂ ਚਲਾਉਂਦੇ ਹਾਂ, ਲੋਕਾਂ ਨੂੰ ਅਸੀਂ ਚਲਾਉਂਦੇ ਹਾਂ। ਔਰ ਇਹ ਅਸੀਂ ਸਾਰੇ ਸਟੇਟ ਰਲ ਕੇ ਇੱਕ ਮੁਲਕ ਬਣਾਉਂਦੇ ਨੇ। ਪਰ ਸਾਡੀ ਜਿਹੜੀ ਆਰਥਿਕਤਾ ਹੈ ਔਰ ਸਾਡੀ ਸੰਭਾਲ ਹੈ ਉਹ ਸਾਡੇ ਕੋਲ ਹੋਣੀ ਚਾਹੀਦੀ ਹੈ। ਸਾਨੂੰ ਨਹੀਂ ਕਹਿ ਸਕਦਾ ਕੋਈ ਕਿ ਤੁਸੀਂ ਆਹ ਚੀਜ਼ ਕਰੋ ਜਾਂ ਉਹ ਚੀਜ਼ ਕਰੋ, ਜਾਂ ਉਹਦੇ 'ਤੇ ਤੁਸੀਂ ਅਸੀਂ ਇਹ ਕੰਡੀਸ਼ਨ ਲਾਵਾਂਗੇ ਜਾਂ ਉਹ ਕੰਡੀਸ਼ਨ ਲਾਵਾਂਗੇ। ਅਸੀਂ ਇਹਦੇ ਨਾਲ ਸਹਿਮਤ ਨਹੀਂ, ਔਰ ਇਹ ਨਹੀਂ ਹੋਏਗਾ ਸਾਡੇ ਵਾਸਤੇ। ਫਿਰ ਤੁਸੀਂ ਪੁੱਛਿਆ ਸੀ ਕਿ ਹੁਣ ਲੋਕਡਾਊਨ 5 ਦਾ ਕੀ ਹੋਏਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਲੋਕਡਾਊਨ ਹੈ ਨਾ, ਅੱਧਾ ਸਵੇਰ ਤੋਂ 7 ਵਜੇ ਤੱਕ, ਸ਼ਾਮ ਦੇ 7 ਵਜੇ ਤੱਕ ਅਸੀਂ ਖੋਲ੍ਹ ਦਿੱਤੀ ਸਭ ਕੁਝ ਕਿ ਆਪਣੇ ਫੈਕਟਰੀਆਂ ਵੀ ਚੱਲਣ, ਕਮਰਸ ਵੀ ਚੱਲੇ, ਆਪਣੇ ਕੰਮਾਂ 'ਚ ਤੁਸੀਂ ਜਾਓ। ਸ਼ਾਮ ਦਾ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦਾ ਕਰਫਿਊ ਲੱਗਿਆ ਹੋਇਆ ਹੈ। ਉਹ ਹੁਣ ਗਵਰਨਮੈਂਟ ਆਫ ਇੰਡੀਆ ਕੀ ਕਰਦੀ ਹੈ 31 ਤਰੀਕ ਨੂੰ ਉਹ ਸਾਨੂੰ ਦੱਸਣਗੇ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਰਾਹਤ ਦਿੱਤੀ ਜਾਵੇ ਲੋਕਾਂ ਨੂੰ, ਔਰ ਉਹ ਤੁਹਾਨੂੰ ਦੱਸਾਂਗੇ ਕਿ ਕੀ ਹੈ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਇਹ ਫੈਸਲਾ ਕਰੀਏ, ਮੈਂ ਅੱਜ ਆਪਣੇ ਸਲਾਹਕਾਰਾਂ ਨੂੰ ਸਾਰਿਆਂ ਨੂੰ ਸੱਦ ਕੇ ਇਸ ਦੇ ਬਾਰੇ ਗੱਲ ਕੀਤੀ ਸੀ, ਕੋਵਿਡ ਬਾਰੇ। ਡਾਕਟਰ ਸਾਹਿਬ ਨੇ ਸਾਰੇ ਜਿਹੜੀ ਅਸੀਂ ਕਮੇਟੀ ਬਣਾਈ ਹੈ ਇਸ ਵਾਸਤੇ। ਔਰ ਹੁਣ ਅਸੀਂ ਵੇਟ ਕਰ ਰਹੇ ਹਾਂ ਦੇਖਣ ਨੂੰ ਕਿ ਐਲਾਨ ਕਰਨ ਤੋਂ ਪਹਿਲਾਂ ਕਿ ਸੈਂਟਰ ਦੀ ਗਵਰਨਮੈਂਟ ਕੀ ਦੱਸਦੀ ਹੈ। ਉਹ 31 ਤਾਈਂ ਉਹਨਾਂ ਦਾ ਲੋਕਡਾਊਨ ਸੀ, 31 ਤਾਈਂ ਮੇਰਾ ਖਿਆਲ ਪ੍ਰਧਾਨ ਮੰਤਰੀ ਜੀ ਆਪਣਾ ਐਲਾਨ ਕਰਨਗੇ। ਸੈਮ ਨੇ ਮੈਨੂੰ ਪੁੱਛਿਆ ਕਿ ਲੋਕਡਾਊਨ ਅਗਰ ਕੰਟੀਨਿਊ ਕਰੇਗੀ, ਰਿਸਟ੍ਰਿਕਸ਼ਨਸ ਘੱਟ ਹੋਣਗੀਆਂ ਜਾਂ ਨਹੀਂ। ਜ਼ਰੂਰ ਘੱਟ ਕਰਾਂਗੇ। ਇਹ ਤਾਂ ਅਸੀਂ, ਜੈਸੇ ਮੈਂ ਤੁਹਾਨੂੰ ਕਿਹਾ ਕਿ ਡਾਕਟਰ ਅੰਤ ਵਿੱਚ ਦਾ ਫੈਸਲਾ ਗਵਰਨਮੈਂਟ ਆਫ ਇੰਡੀਆ ਔਰ ਅਸੀਂ ਰਲ ਕੇ ਕਰਾਂਗੇ ਇਸ ਗੱਲ 'ਤੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ। ਲੇਕਿਨ ਅੱਜ ਸਾਰੀ ਦੁਨੀਆ ਜਾ ਰਹੀ ਹੈ ਲੋਕਡਾਊਨ ਨੂੰ ਘਟਾਉਣ ਵਾਸਤੇ, ਕਿਉਂਕਿ ਅਸੀਂ ਆਰਥਿਕਤਾ ਆਪਣੇ ਮੁਲਕ ਦੀ ਔਰ ਆਪਣੇ ਸੂਬਿਆਂ ਦੀ ਕਾਇਮ ਰੱਖਣੀ ਹੈ। ਔਰ ਇਸ ਲਈ ਸਾਨੂੰ ਕੋਈ ਲੋਕਡਾਊਨ ਦੇ ਵਿੱਚ ਕੋਈ ਜਿਹੜਾ ਕੁਛ ਵੀ ਅਸੀਂ ਕਰ ਸਕਦੇ ਹਾਂ ਉਹ ਅਸੀਂ ਤੁਹਾਡੇ ਫਾਇਦੇ ਵਾਸਤੇ ਅਸੀਂ ਕਰਾਂਗੇ ਇਸ ਨੂੰ। ਕੇਸ ਤੁਸੀਂ ਕਹੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਡਾਕਟਰ ਕਹਿ ਰਹੇ ਨੇ, ਇਹ ਵਰੁਣ ਨੇ ਅੰਮ੍ਰਿਤਸਰ ਤੋਂ, ਕਿ ਇੱਕ ਕਮਿਊਨਿਟੀ ਸਪਰੈਡ ਹੋ ਰਹੀ ਹੈ। ਇਹੀ ਮੈਂ ਹੁਣੀ ਗੱਲ ਕਰਕੇ ਹਟਿਆ। ਔਰ ਮੈਂ ਤੁਹਾਨੂੰ ਆਪਣੇ ਅੰਮ੍ਰਿਤਸਰ ਦਾ ਹੀ ਦੱਸ ਦਿੰਦਾ, ਤੁਹਾਡੇ ਆંકੜੇ ਕੀ ਨੇ। ਆ ਲਓ, ਤੁਹਾਡੇ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਦੇ ਦਿਨ 7 ਕੇਸ ਨਵੇਂ ਆਏ ਨੇ। ਉਹ 7 ਕੇਸ ਇੱਕ ਨਵਾਂ ਕੇਸ ਹੈ ਜਿਹੜਾ ਕਿਤੋਂ ਬਾਹਰੋਂ ਆਇਆ,
ਔਰ 6 ਕਹੇ ਜਿਹੇ ਕੇਸ ਨੇ ਜੋ ਕੰਟੈਕਟ ਕੇਸ ਨੇ ਇੱਕ ਦੂਜੇ ਨੂੰ ਮਿਲ ਕੇ। ਸੋ ਜੋ ਤੁਹਾਨੂੰ ਡਾਕਟਰ ਅੰਮ੍ਰਿਤਸਰ ਦੇ ਵਿੱਚ ਕਹਿ ਰਹੇ ਨੇ ਸਹੀ ਕਹਿ ਰਹੇ ਨੇ। ਇਹ ਹੁਣ ਆਪਸ 'ਚ ਫੈਲ ਰਹੀ ਹੈ ਗੱਲ ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਮੁਹੱਲਿਆਂ ਦੇ ਵਿੱਚ, ਜਿੱਥੇ ਵੀ ਹੈ। ਔਰ ਇਹ ਖਤਰਨਾਕ ਚੀਜ਼ ਹੈ ਔਰ ਇਸ ਦਾ ਇਹ ਤਾਂ ਹੀ ਅਸੀਂ ਇਸ ਨੂੰ ਫੈਸਲਾ ਕਰਨ ਵੇਲੇ ਅਸੀਂ ਇਹਦਾ ਧਿਆਨ ਜ਼ਰੂਰ ਕਰਾਂਗੇ ਇਸ ਗੱਲ ਨੂੰ। ਔਰ ਤੁਸੀਂ ਇਹ ਫਿਰ ਪੁੱਛਿਆ ਕਿ ਜੋਗਾ ਸਿੰਘ ਚੌਹਾਨ ਨੇ ਕਿ ਪ੍ਰਾਈਵੇਟ ਬੱਸਾਂ ਪਿੰਡਾਂ ਵਿੱਚ ਕਦੋਂ ਚੱਲਣਗੀਆਂ। ਸਾਡੇ ਵੱਲੋਂ ਕੋਈ ਰੁਕਾਵਟ ਨਹੀਂ। ਅਗਰ ਪ੍ਰਾਈਵੇਟ ਬੱਸਾਂ ਨਹੀਂ ਚੱਲਦੀਆਂ ਉਹ ਉਹਨਾਂ ਦੀ ਆਪਣੀ ਸੋਚ ਹੋਣੀ ਹੈ। ਪੰਜਾਬ ਸਰਕਾਰ ਨੇ ਤਾਂ ਖੁੱਲ੍ਹ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਬੱਸਾਂ ਨੇ ਚੱਲਣਾ, ਜਿਹੜੀ ਬੱਸਾਂ ਕੰਪਨੀਆਂ ਨੇ ਚੱਲਣੀਆਂ ਉਹ ਚਲਾਉਣ। ਜਿਹੜੇ ਲੋਕ ਆ ਰਹੇ ਨੇ ਬਾਹਰੋਂ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਕਈਆਂ ਦਾ ਜਿਨ੍ਹਾਂ ਦਾ ਕੋਈ ਸਿੰਪਟਮ ਨਹੀਂ, ਜਿੱਥੇ ਕੋਈ ਇਹੋ ਜਿਹੀ ਲੱਗਦੀ ਨਹੀਂ ਕਿ ਇਹਨਾਂ ਨੂੰ ਕੁਛ ਹੈ ਕੋਈ ਬਿਮਾਰੀ, ਉਹਨਾਂ ਨੂੰ ਅਸੀਂ ਘਰ ਭੇਜਦੇ ਹਾਂ ਔਰ ਉੱਥੇ ਘਰ ਦੇ ਵਿੱਚ ਕੁਆਰੰਟੀਨ ਕਰਵਾ ਰਹੇ ਹਾਂ। ਉਹ ਕੁਆਰੰਟੀਨ 14 ਦਿਨ ਦੀ ਰਹਿੰਦੀ ਹੈ। ਕੁਆਰੰਟੀਨ ਦਾ ਮਤਲਬ ਉੱਥੇ ਬੰਦ ਆਪਣੇ ਘਰਾਂ 'ਚ ਉਹਨਾਂ ਨੂੰ ਰਹਿਣਾ ਪਊ। ਬਾਹਰ ਇੱਕ ਨੋਟਿਸ ਲੱਗ ਜੂ ਕਿ ਘਰ ਕੁਆਰੰਟੀਨ ਦੇ ਵਿੱਚ ਹੈ ਔਰ ਮੈਡੀਕਲ ਐਡਵਾਈਸ ਦੇ ਅਧੀਨ, ਮੈਡੀਕਲ ਸੰਭਾਲ ਦੇ ਅਧੀਨ ਇਹ ਰਹਿਣਗੇ ਜਦੋਂ ਤਾਈਂ ਡਾਕਟਰ ਕਹਿਣਗੇ ਤੁਸੀਂ ਠੀਕ ਹੋ, ਹੁਣ ਤੁਸੀਂ ਬਾਹਰ ਜਾ ਸਕਦੇ ਹੋ। ਸੋ ਇਹ ਜਿੱਥੇ ਵੀ ਹੋਏਗਾ ਇਹੋ ਜਿਹੀ ਗੱਲ, ਅਗਰ ਤੁਹਾਨੂੰ ਕਿਸੇ ਨੂੰ ਪਤਾ ਲੱਗਦਾ ਹੈ ਕਿ ਕੋਈ ਆ ਰਿਹਾ ਔਰ ਬਗੈਰ ਗਵਰਨਮੈਂਟ ਨੂੰ ਦੱਸੇ ਜਾਂ ਬਗੈਰ ਸਾਡੇ DC ਨੂੰ ਜਾਂ SDM ਨੂੰ, ਜੋ ਵੀ ਸਾਡੇ ਅਫਸਰ ਉੱਥੇ ਲੱਗੇ ਹੋਏ ਉਹਨਾਂ ਨੂੰ ਦੱਸੇ, ਉਹ ਆ ਕੇ ਘਰ 'ਚ ਰਹਿ ਰਿਹਾ, ਜ਼ਰੂਰ ਇਹ ਗੱਲ ਉਹਨਾਂ ਨੂੰ ਪਹੁੰਚਾ ਦਿਓ। ਕਿਉਂਕਿ ਤੁਹਾਡੀ ਆਪਣੀ ਸੰਭਾਲ ਇਸ ਗੱਲ 'ਚ ਹੈ ਕਿ ਤੁਸੀਂ ਦੱਸ ਦਿਓ ਕਿ ਜੀ ਫਲਾਣਾ ਬੰਦਾ ਆਇਆ, ਉਹਨੇ ਆਪਣੇ ਕਿਸੇ ਕੋਲ ਗਿਆ ਨਹੀਂ, ਸਿੱਧੇ ਆਪਣੇ ਘਰ 'ਚ ਗਿਆ, ਦੱਸੋ। ਫਿਰ ਸਾਨੂੰ ਇਹ ਚੈੱਕ ਕਰਾਉਣਾ ਸਾਡੇ ਵਾਸਤੇ ਜ਼ਰੂਰੀ ਪਊਗਾ ਤਾਂ ਕਿ ਅਸੀਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕੀਏ ਉੱਥੇ। ਦੇਖੋ ਟੈਸਟਾਂ ਦੀ ਗੱਲ ਇਹ ਹੈ, ਤੁਸੀਂ ਕਿਹਾ ਸੀ ਮੈਨੂੰ ਕਿ ਜਿਹੜੇ ਕਿੱਟ ਆਉਂਦੇ ਨੇ ਕਰੋਨਾ ਦੇ, ਇਹ ਕਿੱਟ ਆ ਗਏ ਸੀ ਪਹਿਲਾਂ ਚਾਈਨਾ ਤੋਂ ਮੰਗਵਾਏ ਸੀ ਅਸੀਂ, ਫਿਰ ਮੇਰਾ ਖਿਆਲ ਸਾਊਥ ਕੋਰੀਆ ਤੋਂ ਮੰਗਵਾਏ ਸੀ। ਲੇਕਿਨ ਇਹਦੇ ਨਾਲ ਪਤਾ ਨਹੀਂ ਲੱਗ ਰਿਹਾ, ਕਿਤੇ ਕਿੱਟ ਦੇ ਵਿੱਚ ਉਹ ਬੰਦਾ ਕੋਈ ਕਰੋਨਾ ਨਜ਼ਰ ਆਉਂਦੀ ਹੈ, ਕਿਤੇ ਨਹੀਂ ਆਉਂਦੀ। ਤਾਂ ਇਹ ਕੋਈ ਠੀਕ ਨਹੀਂ ਸੀ। ਤਾਂ ਆਪਣੀ ਗਵਰਨਮੈਂਟ ਨੇ, ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਕਿੱਟ ਵਾਪਸ ਕਰ ਦਿੱਤੇ ਨੇ ਔਰ ਹੁਣ ਕਰੋਨਾ ਟੈਸਟਿੰਗ ਹੀ ਡਾਇਰੈਕਟ ਹੁੰਦੀ ਹੈ। ਉਹਦੇ ਵਾਸਤੇ ਪੰਜਾਬ 'ਚ ਪਹਿਲਾਂ ਸਾਡੇ ਕੋਲ ਬਹੁਤ ਘੱਟ ਸੀ, 700 ਦੇ ਕਰੀਬ ਹੁੰਦੇ ਸੀ, ਫਿਰ 2500 'ਤੇ ਪਹੁੰਚ ਗਏ ਔਰ ਹੁਣ ਅਸੀਂ 6-7 ਟੈਸਟ ਡੇਲੀ ਅਸੀਂ ਕਰ ਰਹੇ ਹਾਂ। ਮਸ਼ੀਨਾਂ ਨਵੇਂ ਮੰਗਾਈਆਂ ਨੇ ਔਰ ਡਾਇਰੈਕਟ ਕਰੋਨਾ ਦਾ ਟੈਸਟ ਇੱਥੇ ਹੋ ਰਿਹਾ। ਤਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਤੁਹਾਨੂੰ 24 ਘੰਟੇ 'ਚ ਪਤਾ ਲੱਗ ਜੂ ਕਿਸੇ ਨੂੰ ਕਰੋਨਾ ਹੈ ਜਾਂ ਨਹੀਂ ਹੈ। ਉਹ ਜਿਹੜਾ ਟੈਸਟ ਹੁੰਦਾ ਸੀ ਉਹ ਕਰੋਨਾ ਟੈਸਟ ਨਹੀਂ ਸੀ, ਉਹ ਐਂਟੀਬਾਡੀਜ਼ ਟੈਸਟ ਹੁੰਦਾ ਸੀ, ਇੱਕ ਹੋਰ ਕਿਸਮ ਦਾ ਟੈਸਟ। ਉਹ ਨਹੀਂ ਠੀਕ ਚੱਲਿਆ ਤਾਂ ਸਾਨੂੰ ਇਹ ਕਰਨਾ ਪਿਆ। ਹੁਣ ਇਹ ਸੰਦੀਪ ਜੀ ਲੁਧਿਆਣੇ ਤੋਂ ਉਹਨਾਂ ਨੇ ਸਵਾਲ ਕੀਤਾ ਮੈਨੂੰ। ਤੁਸੀਂ ਫਿਰ ਕਈ ਮੈਨੂੰ ਦੁਬਈ ਤੋਂ ਇੱਕ ਕਮਲਜੀਤ ਸਿੰਘ ਜੀ ਨੇ ਲਿਖਿਆ ਚੰਡੀਗੜ੍ਹ ਅਸੀਂ ਆਉਣਾ ਚਾਹੁੰਦੇ ਹਾਂ, ਕੋਈ ਫਲਾਈਟਾਂ ਨਹੀਂ। ਦੇਖੋ ਫਲਾਈਟਾਂ ਆਹਿਸਤਾ ਸਾਰੀ ਸ਼ੁਰੂ ਹੋ ਰਹੀਆਂ ਨੇ ਔਰ ਉਹਦੇ ਵਿੱਚ ਡੇਲੀ 3 ਫਲਾਈਟਾਂ ਦੁਬਈ 'ਚੋਂ ਆ ਰਹੀਆਂ ਨੇ ਲੋਕਾਂ ਨੂੰ ਲੈ ਕੇ। ਤੁਹਾਡਾ ਤਰੀਕਾ ਇੱਕੋ ਹੀ ਹੈ, ਅਸੀਂ ਵੀ ਇਤਲਾਹ ਕਰ ਦਾਂਗੇ। ਲੇਕਿਨ ਕੌਂਸੂਲੇਟ ਜੋ ਹੈ ਸਾਡਾ ਹਿੰਦੁਸਤਾਨ ਦਾ ਉੱਥੇ ਦੁਬਈ ਦੇ ਵਿੱਚ, ਉੱਥੇ ਜਾ ਕੇ ਤੁਸੀਂ ਆਪਣਾ ਨਾਮ ਨੋਟ ਕਰਾਓ ਔਰ ਦੱਸੋ ਕਿ ਤੁਸੀਂ ਚੰਡੀਗੜ੍ਹ ਪਹੁੰਚਣਾ। ਔਰ ਜਦੋਂ ਫਲਾਈਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਹੋਏਗੀ ਤੁਹਾਨੂੰ ਉੱਥੋਂ ਭੇਜਣਗੇ। ਨਾਰਮਲ ਫਲਾਈਟਾਂ ਹਾਲੇ ਨਹੀਂ ਚੱਲੀਆਂ, ਇਹ ਸਿਰਫ ਜੋ ਆਪਣੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਵਾਸਤੇ ਫਲਾਈਟ ਹੈ। ਤਾਂ ਇਹ ਤੁਸੀਂ ਆਪਣੇ ਕੌਂਸਲ ਜਨਰਲ ਕੋਲ ਜਾਓ ਕੌਂਸੂਲੇਟ ਵਿੱਚ, ਔਰ ਜਿਹੜਾ ਉੱਥੇ ਅਫਸਰ ਨਿਯੁਕਤ ਕੀਤਾ ਉਹ ਆਪਣਾ ਨੋਟ ਸਭ ਕੁਛ ਉਹਨੂੰ ਨੋਟ ਕਰਾਓ। ਫਿਰ ਤੁਸੀਂ ਇਹ ਵੀ ਪੁੱਛਿਆ ਕਿ UK ਦੇ ਕਦੋਂ ਫਲਾਈਟਾਂ ਜਾਣਗੀਆਂ। ਸਿਰਫ ਇੱਕ ਜਾ ਰਹੀ ਹੈ ਇਸ ਵੇਲੇ ਫਲਾਈਟ ਅੰਮ੍ਰਿਤਸਰ ਤੋਂ। ਅੱਗੇ ਕਦੋਂ ਜਾਣਗੀਆਂ, ਕਿੱਥੋਂ ਜਾਣਗੀਆਂ, ਇਹ ਹੁਣ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਉਹ ਦੱਸਣਗੇ। ਕਿਉਂਕਿ ਫਲਾਈਟਾਂ ਦਾ ਕੰਮ ਉਹਨਾਂ ਦਾ ਹੈ ਔਰ ਉਹਨਾਂ ਨੂੰ ਆਪਣੇ ਜੈਸੇ ਹੁਣ UK ਦੇ ਨਾਲ ਅਗਰ ਉਹ 4 ਫਲਾਈਟਾਂ ਭੇਜਦੇ ਨੇ ਆਪਾਂ 4 ਭੇਜਦੇ ਹਾਂ, ਅਗਰ ਉਹ 7 ਭੇਜਣਗੇ ਆਪਾਂ 7 ਭੇਜਾਂਗੇ। ਇਹ ਸਿਸਟਮ ਹੁੰਦਾ ਹੈ, ਕੁਛ ਰੱਖਿਆ ਹੁੰਦਾ। ਤਾਂ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਫਿਰ ਹੀ ਅਸੀਂ ਦੱਸ ਸਕਾਂਗੇ। ਇਹ ਸਾਡੇ ਅਧੀਨ ਨਹੀਂ ਹੈ, ਫਲਾਈਟਸ ਉਹੀ ਦੱਸਣਗੇ। ਇਹ ਸਵਾਲ ਸੀ ਮਨਸੀ ਪੂਰੀ ਜੀ ਦਾ ਅੰਮ੍ਰਿਤਸਰ ਤੋਂ। ਤੁਸੀਂ ਫਿਰ ਹੋਰ ਪੁੱਛਿਆ ਧੀਰਜ ਸ਼ਰਮਾ ਹੈਦਰਾਬਾਦ ਤੋਂ ਕਿ ਮੈਂ ਫਸਿਆ ਹੋਇਆ, ਸਾਡੇ ਲੋਕ ਫਸੇ ਹੋਏ ਨੇ ਪੂਨਾ, ਹੈਦਰਾਬਾਦ ਅਤੇ ਬੈਂਗਲੌਰ। ਕਦੋਂ ਚੰਡੀਗੜ੍ਹ ਦੀ ਫਲਾਈਟ ਸ਼ੁਰੂ ਹੋ ਰਹੀਆਂ ਨੇ? ਕੁਛ ਅੱਜ ਸ਼ੁਰੂ ਹੋ ਗਈਆਂ, ਬੈਂਗਲੌਰ ਦੀ ਤਾਂ ਸ਼ੁਰੂ ਹੋ ਗਈ, ਪੂਨਾ ਔਰ ਹੈਦਰਾਬਾਦ 2-4 ਦਿਨਾਂ 'ਚ ਇਹ ਵੀ ਸ਼ੁਰੂ ਹੋ ਜਾਣੀਆਂ। ਆਹਿਸਤਾ ਇਹ ਫਲਾਈਟਾਂ ਇੰਟਰਨਲ ਆਪਣੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ। ਧਰੁਵ ਜੈਨ ਜੀ, ਦੀਪਾਂਸ਼ੂ ਕੁਮਾਰ ਜੀ ਨੇ ਪੁੱਛਿਆ ਵਾਟ ਆਰ ਯੋਰ ਵਿਊਜ਼ ਔਨ ਫੋਰਨ ਐਲੀਮੈਂਟਸ ਲਾਈਕ ਖਾਲਿਸਤਾਨ ਆਰਗੇਨਾਈਜੇਸ਼ਨ ਟਰਾਈ ਟੂ ਡਿਸਟਰਬ ਦ ਪੀਸ ਇਨ ਪੰਜਾਬ। ਮੇਰਾ ਖਿਆਲ ਤੁਹਾਨੂੰ ਬੜਾ ਇਹ
पता होना चाहिए है कि मैं इससे बहुत सख्त खिलाफ है और सख्त कार्रवाई करूँगा। मैं पंजाब की आब हवा बिगड़ नहीं देनी। और चाहे अज ही आया एक बंदा उत्थे ये साढ़े पंजाब हिंदुस्तान तो बैन लग गई इसके उपर, ये लोगों को उत्थे खराब करता है। और इनू हुण औख ये है कि जदों इन्हों का ट्रूडो आया सी उरे प्राइम मिनिस्टर, मैं उन्होंने लिस्ट दी सी कि किहड़े ये बदमाशी करते हैं और पंजाब की आब हवा खराब करते हैं। बिच ही नाम से पतवंत सिंह का, और ये हुण उत्थे जाके रौला रूड़ा पा रहा है। पर ट्रूडे नूं आए नूं 2 साल हो गए ने, पता नहीं हुण तां सुत्ता पिया सी कुछ। पर यही बंदा है जिहड़ा साडी बिगाड़ पाउण की कोशिश करता है। ये अगर ये समझदा है कि ये इन्नी हिम्मत है ना, बढ़ के देखे पंजाब मैं सीधा करके इनू छड्डूंगा उत्थे। इस किस्म की पंजाब दे विच एक गल सुन लो, बहुत साडा नुकसान होया। 14 साल असीं इत्थे भुगते हैं, पता नहीं किन्ने लोग मरे ने, किन्ना इत्थे नुकसान आर्थिक तौर पर होया, किन्ने पुलिस वाले मरे ने, किन्ने आम जनता मरी है। थोड़ा ख्याल मैं हुण देऊँगा इनू पतवंत इन्हों ये बंदियां नूं उरे बढ़ के कुछ करन दा बिल्कुल नहीं आना। कोई इत्थे गड़बड़ करने की कोशिश करे, चाहे पाकिस्तान करे, चाहे ये करन, चाहे ये लोग हुण अपने आप कोशिश गुंडागर्दी जो इत्थे करदे ने, सारिਆਂ ਨੂੰ ਅਸੀਂ चंगी तरह इन्हों अंदर सीधा करांगे। ये समझ लैन इन्हों के टैररिस्ट मॉड्यूल्स मैं बहुत तोड़ चुके हो रहे, 32 के करीब असी टैररिस्ट मॉड्यूल चुके ने, कोई 200 के करीब तो इन्हों के हथियार फड़े ने असी, और सारे फड़ के असी सीधा कर रहे हैं। ऐसी यही जी कोई गल नहीं। ये ना समझण इत्थे कि पंजाब इत्थे आके तुसीं जो जी करदा तुसीं करी चलो। असी सारी साड़ी सिक्योरिटी सर्विसेज तैयार बैठिया ने, बॉर्डर पर बैठी है BSF, वो मगर असी बैठे हैं, और साढ़े मगर बैठी है फौज। हुण गड़बड़ करा के दिखाउण मैनूं, बिल्कुल सीधा करांगे इन्हां नूं। तुसीं फिर मैनूं ये कहा कि कई सब्जियां मंडियां दे विच क्वारंटीन वगैरह का की कर उत्थे ट्रैफिक कंट्रोल नहीं है। वो मैं पुलिस वालियां नूं दस रहे कि सब्जी मंडियां दे विच जिथे जोर हुंदा सवेर दे वेले वो ध्यान रखण ताकि उत्थे सोशल डिस्टेंसिंग का प्रबंध हो सके। स्पूरीअस लिकर एल्कोहल पंजाब दे विच मैन्युफैक्चरिंग का ये हुंदा है हर वेले। जब कदे बैन लग जाता है ना, चाहे अमरीका का इतिहास देख लो या किसी का भी देख लो, उदों लोग एक गड़बड़ करन दी कोशिश करते हैं। हुण जब साडा बैन लग गया सी कि लिकर की सेल नहीं होनी, लिकर फैक्ट्रियां नहीं चल सकदियां, आ है थोड़ा आंकड़े देख लो पंजाब की हो रहा सी कि असी इलिसिट लिकर 17/5 तो लैके 25/5 तक असी FIR 1729 कीतियां ने। ਜਿਹੜੇ बंदे पकड़े गए ने, अरेस्ट होए ने और अंदर जेल च ने 1360। और जिन्नी इलिसिट लिकर है जो देसी लिकर बनाते ने 16,583 लीटर ये असी पकड़े। ਜਿਹੜੇ आम विस्कियां बनदियां ने, पता नहीं असली है या ये भर के अंदर भर देंगे ने, वो 62,477 लीटर असी ये फड़ी है। और लाहण किलोआं दे विच 4,71,371 आ तां तुसीं इत्थे करदे हो। और जिहड़े पुलिस ने देखिया जिथे भट्ठियां दे विच अपनी बनाई जाते हैं शराब, वो 97 भट्ठे जे इन्होंने फड़ के उत्थे उठ के। तो इस किस्म का तो थोड़ा कम हो रहा है। जदों ये हुंदा उदों जदों कोई ये गल होए, हुण ये बिल्कुल सख्ती नाल असीं लगे हुए हैं। और मैं तुहानूं पूरा भरोसा दिंदा कि इत्थे कोई इहो जी गल नहीं होनी। ये गल जरूर है कि बाहरले सूबे तो इत्थे आउण दी कोशिश हुंदी है, क्योंकि पंजाब की शराब महंगी है कुछ, तो हिमाचल तो, चंडीगढ़ तो, हरियाणा तो, राजस्थान तो कदे कदे उधरों आ जाती है। असी हुण उत्थे बहुत सख्ती कर रहे हैं। कोई इहो जिहा समगल करने की कोशिश करूँ वो फिर असी बड़ी सख्ती नाल उन्हां दे नाल बर्ताव करांगे। सदर जी ने कलकत्ते तो कि वॉट विल यू से अबाउट स्टैंड ऑफ बिटवीन इंडिया एंड चाइना, जो चीन और हिंदुस्तान के नाल उपरले पासे उन्होंने उधर फिक्र है, क्योंकि उधर अरुणाचल दे विच कुछ हो रहा है, और सानू इधर फिक्र है क्योंकि इधर साढ़े कश्मीर के कोल अक्साई चीन वगैरह विच हो रहा है। एक गल ये देख लो, अज असी किसी दुनिया देश के नाल कोई लड़ाई नहीं चाहते। असी चाहते हैं कि अपने हालात सुधरन और ਆਪਾਂ अपने काम करिए, वो अपना काम करन। लेकिन अगर ये जी गल्लां करते हैं जिथे असी बना रहे अपनी पोंगोंग सो दे कोल,
ਅਪ ਚਸ਼ੂਲ ਦੇ ਕੋਲ ਅਸੀਂ ਬਣਾਉਂਦੇ ਹਾਂ ਆਪਣੀ ਇੱਕ ਸੜਕ। ਉਹਨਾਂ ਨੂੰ ਕੀ ਤਕਲੀਫ ਹੈ ਇਸ ਕੰਮ 'ਚ? ਜਦੋਂ ਉਹਨਾਂ ਨੇ ਸਾਡੇ ਏਰੀਆ 'ਚ ਅਕਸਾਈ ਚਿੰਨ ਦੇ ਵਿੱਚ ਇਹ ਸਭ ਕੁਝ ਸਾਂਭੀ ਬੈਠੇ ਨੇ ਔਰ ਸੜਕਾਂ ਬਣਾ ਰਹੇ ਨੇ, ਸਾਡੀ ਏਰੀਆ 'ਚ ਉਹ ਬਣਾ ਰਹੇ ਨੇ। ਉਹ ਅਸੀਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ, ਉਹ ਕੁਝ ਸੁਣਦੇ ਨਹੀਂ। ਲੇਕਿਨ ਅਸੀਂ ਇੱਕ ਸੜਕ ਬਣਾਉਂਦੇ ਹਾਂ, ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕੋਈ ਕਿਸਮ ਦੀ। ਤੋ ਆਪਾਂ जैसे अगर डिप्लोमैटिक तरीके नाल ਇਹਦਾ ਕੋਈ समझौता हो सकता है तो बड़ी अच्छी गल है, हो जाए। ਅਸੀਂ नहीं चाहते कि झगड़ा होए, लेकिन ਆਪਾਂ पिठ भी नहीं दिखानी। और ये चीनिया ਨੂੰ पता होना चाहिए कि एक बार हो गया सो हो गया। 1962 हिंदुस्तान की फौज ਹੁਣ बिल्कुल तैयार बैठी है, तो ये साढ़े नाल पंगा ना लो। लेकिन जैसे मैंने कहा ਅਸੀਂ जंग नहीं चाहते, लेकिन अगर अं करते रहे फिर साढ़े कोल कोई होर चारा नहीं रहना। इस करके तुसी भी सुधरो और तुसी सुधर के साढ़े नाल गलबात करो और ਇਹਦਾ हल ਕੱਢੀਏ ਆਪਾਂ कुछ। ਇਹ ਹੁਣ ਬੜੀ ਗੱਲ ਤੁਸੀਂ ਪੁੱਛੀ ਹੈ ਮੈਨੂੰ ਗਗਨਦੀਪ ਜੀ ਹੁਸ਼ਿਆਰਪੁਰ ਨਾਲ ਕਿ ਅਕਾਲੀ ਦਲ ਕਹਿੰਦਾ ਕਿ ਅਸੀਂ ਬਿਜਲੀ ਪਾਣੀ ਤੇ ਦੀ ਮੋਟਰਾਂ ਤੇ ਬਿੱਲ ਲਾਵਾਂਗੇ। ਇਹ ਅਕਾਲੀ ਦਲ ਦੀ ਆਦਤ ਹੀ ਹੈ ਝੂਠ ਬੋਲਣ ਦੀ। ਜਦ ਤੋਂ ਪਿਛਲੀ ਸਰਕਾਰ ਸੀ ਮੇਰੇ, ਉਦੋਂ ਵੀ ਇਹਨਾਂ ਨੇ ਕਰਤੀ ਕਿ ਜੀ ਕਾਂਗਰਸ ਨੇ ਤਾਂ ਬਿੱਲ ਲਾ ਦੇਣੇ ਨੇ। ਹੁਣ 3 ਸਾਲ ਸਾਨੂੰ ਹੋ ਗਏ, ਹੁਣ ਰੋਜ਼ ਹੀ ਕਹੀ ਜਾਂਦੇ ਨੇ ਬਿੱਲ ਆਉਣਗੇ ਜੀ, ਬਿੱਲ ਆਉਣਗੇ ਜੀ। ਅਸੀਂ ਕਿਉਂ ਬਿੱਲ ਆਏ? ਅਸੀਂ ਕਮਲੇ ਆ ਕੋਈ ਕਿ ਬਿੱਲ ਲਾ ਦੀਏ ਆਪਣੇ ਕਿਸਾਨਾਂ ਦੇ ਉੱਪਰ, ਜਦੋਂ ਸਾਨੂੰ ਪਤਾ ਹੈ ਕਿ ਹਾਲਾਤ ਕੀ ਇੱਥੇ ਬਣੇ ਹੋਏ ਨੇ। ਇਹ ਬਿਲਕੁਲ ਕੋਈ ਬਿੱਲ ਨਹੀਂ ਸਾਡਾ ਪੰਜਾਬ ਦੇ ਉੱਪਰ ਕਿਸੇ ਕਿਸਾਨ ਦੇ ਉੱਪਰ ਲੱਗਣਾ, ਕੋਈ ਟਿਊਬਵੈੱਲ ਦੇ ਉੱਪਰ ਨਹੀਂ ਲੱਗਣਾ। ਇਹਨਾਂ ਨੂੰ ਆਦਤ ਹੈ ਬੋਲਣ ਦੀ, ਤੁਸੀਂ ਇਹਨਾਂ ਦੀ ਆਦਤ ਵਿੱਚ ਨਾ ਪਾਓ। ਇਹਨਾਂ ਸੁਣਦੇ ਰਹੋ ਔਰ ਉਹਨਾਂ ਨੂੰ ਕਹਿ ਦਿਓ ਕਿ ਤੁਸੀਂ ਝੂਠ ਬੋਲ ਰਹੇ ਹੋ। ਮੈਂ ਬੈਠਿਆ ਉਰੇ ਦੇਖਾਂਗੇ ਕੌਣ ਬਿੱਲ ਇੱਥੇ ਲਾਉਂਦਾ। ਔਰ ਇਹ ਗੱਲਾਂ ਬਿਲਕੁਲ ਸਾਨੂੰ ਨਹੀਂ ਪਤਾ ਕਿ ਸਾਡੀ ਕਿਸਾਨੀ ਕਿਸ ਗਰੀਬੀ ਦੇ ਵਿੱਚ ਬੈਠੀ ਹੈ। ਸਾਡੇ ਤਕਰੀਬਨ 70% ਦੇ ਕੋਲ ਸਾਡੇ 5 ਕਿੱਲੇ ਤੋਂ ਘੱਟ ਦੇ ਮਾਲਕ ਨੇ, ਮਸਾਂ ਆਪਣੀ ਰੋਟੀ ਖਾਂਦੇ ਨੇ, ਬੱਚਿਆਂ ਨੂੰ ਰੋਟੀ ਖਵਾਉਂਦੇ ਨੇ। ਉਹਨਾਂ 'ਤੇ ਹੁਣ ਕੈਸੇ ਅਸੀਂ ਬਿੱਲ ਲਾ ਦਈਏ? ਤੋ ਇਹਨਾਂ ਗੱਲਾਂ 'ਤੇ ਤੁਸੀਂ ਨਾ ਹੋ। ਇਹ ਜ਼ਰੂਰ ਹੈ ਕਿ ਅਸੀਂ ਜਿਹੜੀ ਇਹ ਗਵਰਨਮੈਂਟ ਆਫ ਇੰਡੀਆ ਨੇ ਕੰਡੀਸ਼ਨ ਲਾਇਆ ਜਿਹੜਾ ਲੋਨ ਦੇਣ ਦਾ ਕਿ ਇਹ ਜਿਹੇ ਕੁਝ ਬਿੱਲ ਕਰਨੇ ਚਾਹੀਦੇ ਨੇ, ਤਾਂ ਪਰ ਉਹ ਸਾਡੀ ਮਰਜ਼ੀ, ਅਸੀਂ ਲਾਈਏ ਅਸੀਂ ਨਾ ਲਾਈਏ। ਜਿੱਥੇ ਤਾਈਂ ਸਵਾਲ ਕਰਨ ਦੀ ਗੱਲ ਹੈ ਤੁਸੀਂ ਉਹਨੂੰ ਕਰੋ, ਉਹਨਾਂ ਨੂੰ ਕਰੋ ਕਿ ਤੁਸੀਂ ਆਪਣੇ ਵਜ਼ੀਰ ਬਿਠਾਏ ਹੋਏ ਨੇ ਉੱਥੇ ਦਿੱਲੀ ਦੀ ਸਰਕਾਰ ਵਿੱਚ, ਜਿਹੜਾ ਫੈਸਲਾ ਕਰਦੀ ਹੈ ਕਿ ਇੱਥੇ ਬਿੱਲ ਲਾਓ। ਔਰ ਕਿਆ ਕਰ ਰਹੀ ਹੈ ਹਰਸਿਮਰਤ ਕੌਰ? ਕਿਉਂ ਬੈਠੀ ਹੈ ਉੱਥੇ? ਉਹ ਕਿਉਂ ਨਹੀਂ ਬੋਲਦੀ ਕੈਬਨਿਟ ਦੇ ਵਿੱਚ? ਉਹ ਕਿਉਂ ਨਹੀਂ ਕਹਿੰਦੀ ਕਿ ਅਸੀਂ ਬਿੱਲ ਨਹੀਂ ਅਸੀਂ ਲਗਵਾਉਣ ਦੇਵਾਂਗੇ? ਉਹ ਤਾਂ ਕਹਿਣਾ ਨਹੀਂ। ਜਿਹੜੀ ਅਸੀਂ ਨਹੀਂ ਕਰਨ ਲੱਗੇ ਉਹ ਕਹਿਣਾ ਜੀ ਕਾਂਗਰਸ ਪਾਰਟੀ ਲਾਊਗੀ ਜੀ ਬਿੱਲ। ਤੋ ਇਹ ਜਿਹੜੀਆਂ ਗੱਲਾਂ ਸੈਂਟਰ ਦੀਆਂ ਇਹ ਜਿਹੀ ਚੀਜ਼ਾਂ ਨੇ, ਇਹ ਲੋਕਾਂ ਨੂੰ ਤੁਸੀਂ ਸਦਾ ਵਾਸਤੇ ਗੁੰਮਰਾਹ ਨਹੀਂ ਕਰ ਸਕਦੇ। ਇੱਕ ਵਾਰ ਕਰ ਲਓ, 2 ਵਾਰ ਕਰ ਲਓ, ਸਦਾ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ। ਸੋ ਇਹ ਗੱਲਾਂ ਤੁਸੀਂ ਛੱਡੋ, ਕੋਈ ਬਿੱਲ ਨਹੀਂ ਲੱਗੇਗਾ। ਔਰ ਇੱਥੇ ਅਸੀਂ ਬਿਲਕੁਲ ਆਪਣਾ ਜੈਸੇ ਪਹਿਲਾਂ ਚੱਲਦਾ ਰਿਹਾ ਐਂ ਹੀ ਚੱਲੂਗਾ ਕੰਮ। ਅਗਰ ਉਹਨਾਂ ਨੇ ਸਾਨੂੰ ਇਹ ਕੰਡੀਸ਼ਨ ਲਾਈ ਹੈ ਤਾਂ ਜਿਹੜੀ ਕੰਡੀਸ਼ਨ ਲੱਗਣੀ ਹੈ, ਜਿੰਨਾ ਹਿੱਸੇ ਦਾ ਕੰਡੀਸ਼ਨ ਲੱਗਣਾ, ਅਸੀਂ ਨਹੀਂ ਮੰਨਾਂਗੇ ਉਸ ਨੂੰ। ਉਹ ਉਹਨਾਂ ਦੀ ਮਰਜ਼ੀ ਹੈ, ਫਿਰ ਉਸ ਤੋਂ ਬਾਅਦ ਸਾਨੂੰ ਇਜਾਜ਼ਤ ਦੇਣ ਜਾਂ ਨਾ ਦੇਣ। ਟਿੱਡੀਆਂ ਦਾ ਜਿਹੜਾ ਕੰਮ ਹੈ ਮਸਲਾ ਤੁਸੀਂ ਮੈਨੂੰ ਪੁੱਛਿਆ ਹੈ, ਵਿਕਰਮ ਸਿੱਧੂ, ਰਜੌੜਾ ਗੌਰਵ ਅਤੇ ਵਿਭੂਤੀ ਭੂਸ਼ਣ ਨੇ ਕਿ ਇਹ ਟਿੱਡੀਆਂ ਦੇ ਉੱਪਰ ਤੁਸੀਂ ਕੀ ਕਰ ਰਹੇ ਹੋ। ਦੇਖੋ ਇਹ ਟਿੱਡੀਆਂ ਦਾ ਬਹੁਤ ਬੜਾ ਹੈ। ਬਲੂਚਿਸਤਾਨ ਦੇ ਵਿੱਚ ਇਹਨਾਂ ਨੇ ਜਨਮ ਲਿੱਤਾ ਔਰ ਉੱਧਰੋਂ ਇੱਧਰ ਨੂੰ ਆ ਗਏ। ਇਹ ਆ ਗਏ ਸੀ ਸੰਗਰੀਆ ਤੱਕ। ਸੰਗਰੀਆ ਤੋਂ ਕੱਲ੍ਹ ਉਹ ਨੀਚੇ ਨੂੰ ਚਲੇ ਗਏ ਔਰ ਮੱਧ ਪ੍ਰਦੇਸ਼ ਦੀ ਤਰਫ। ਪਰ ਅਸੀਂ ਤਿਆਰੀ ਰੱਖੀ ਹੈ 7 ਜ਼ਿਲ੍ਹਿਆਂ ਜੋ ਬਿਲਕੁਲ ਨੀਚੇ ਰਾਜਸਥਾਨ ਹਰਿਆਣੇ ਦੇ ਨਾਲ ਲੱਗਦੇ ਨੇ, ਸਾਰਿਆਂ ਦੇ ਵਿੱਚ ਸਾਡੇ ਕੋਲ ਤਿਆਰੀ ਹੈ। ਦਵਾਈਆਂ ਛਿੜਕਾਉਣ ਵਾਲੀਆਂ ਮਸ਼ੀਨਾਂ ਸਭ ਕੁਝ ਤਿਆਰ ਪਿਆ। ਅਗਰ ਬਾਈ ਚਾਂਸ ਆ ਜਾਣ ਅਸੀਂ ਕਾਬੂ ਕਰਾਂਗੇ। ਲੇਕਿਨ ਇਸ ਵੇਲੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਵੱਲ ਨਹੀਂ ਆ ਰਹੇ, ਉੱਧਰ ਨੂੰ ਜਾ ਰਹੇ ਨੇ ਅਤੇ ਉਹਨਾਂ ਦੇ ਜਿਹੜੇ ਸੂਬੇ ਨੇ ਉਹ ਆਪਣਾ ਪ੍ਰਬੰਧ ਉੱਥੇ ਕਰ ਰਹੇ ਨੇ ਇਸ ਦਾ। ਇਹ ਫਿਰ ਗੋਬਿੰਦ ਜੀ ਨੇ ਕਪੂਰਥਲੇ ਤੋਂ ਬਿੱਲ ਦੇ ਬਾਰੇ ਪੁੱਛਿਆ, ਬਿਜਲੀ ਦੇ ਬਿੱਲਾਂ ਦਾ। ਉਹ ਮੈਂ ਤੁਹਾਨੂੰ ਦੱਸ ਚੁੱਕਿਆ, ਦੁਬਾਰਾ ਦੱਸਣ ਦੀ ਲੋੜ ਨਹੀਂ ਉਸਦੀ ਕਿ ਸਾਡਾ ਕੋਈ ਬਿੱਲ ਨਹੀਂ ਲੱਗੇਗਾ ਇੱਥੇ ਐਗਰੀਕਲਚਰ ਪੰਪਾਂ 'ਤੇ। ਤੁਸੀਂ ਇੱਥੋਂ ਜਵਾਹਰਪੁਰ, ਇੱਥੇ ਸਾਡੇ ਗੁਆਂਢੀ ਹੋ ਤੁਸੀਂ, ਪਿੰਡ ਗਵਾਰਪੁਰ ਆਪਣੇ ਮੋਹਾਲੀ ਦੇ ਵਿੱਚ ਹੀ ਡੇਰਾ ਬੱਸੀ ਦੇ ਏਰੀਆ 'ਚ। ਔਰ ਤੁਸੀਂ ਮੈਨੂੰ ਕਿਹਾ ਕਿ ਸਾਡੇ 50 ਕੇਸ ਸਾਡੇ ਹੋ ਚੁੱਕੇ ਨੇ, ਬਟ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਨੇ। ये भी तुसी क्या है कि आप लोगों को बोलो कि कोरोना से डरे मत, सरकार की जो हदायतें हैं उस पर पालन करो। वो कहते ने कि डरो नहीं, मैनू हो चुके है, मैं ठीक हो गया। पर करो तुसी वही गल्लां जो सरकार कहंदियां ने, सोशल डिस्टेंसिंग, हथ धोना जो डॉक्टर वगैरह कहते हैं,
एक कुलविंदर सैनी है डेरा बसी तो, एक होर आई है उन्होंने तो ही इतों ही जसप्रीत भारद्वाज जी। मैं एक कैमिस्ट्री का लैक्चरर है, कैमिस्ट्री में पढ़ाना है, मैं ऑनलाइन क्लासे लैना है। मैं बड़ा खुश है जेडे तुसी कदम उठाए ने, ते असी सारे बिल्कुल ठीक है। साढ़े जेडे जिन्होंने हो गया सी कोरे ठीक हो गए। तुसी फिर ये पूछा मैनू कि कदों ये पूछा मैनू मानिक ने, नीरज शर्मा, चेतन शर्मा जलंधर और करण नागरा और प्रभजोत सिंह के 10वीं दे डिकलेयर कदों करोगे। डिकलेयर तो असी कर ही देते कि ना 5वीं ना 8वीं ना 10वीं दे कोई थोनू इम्तिहान करने की लोड़ नहीं। जो थोड़े सर्टिफिकेट है वो सर्टिफिकेट थोनू बन के साड़ी डिपार्टमेंट ऑफ एजुकेशन देख लेगी कि थोनू ये पहुँच जा। फिर तुसी कुलदीप कौर जी ने लुधियाने कहा है कि कुछ स्कूल खुलन लग गए ने, ये बिल्कुल ही खुलणगे। जो हुक्म है सरकार का मनणगे इस स्कूल। और मैं डिप्टी कमिश्नर को सुनेहा भेज रहा कि चैक करन, खास करके लुधियाने जितों तुसीं पुछया कि किहड़े स्कूल खुले ने, इन्हां ते फाइन करांगे असीं नहीं असीं होण देना। फिर गुरा महल भाई बठिंडा, उन्हें कहा कि जिहड़ा तुसीं कोविड-19 का तुसीं बड़ा वधिया काम किया है। मैं ये बारे गाना लिखा, मेरा थोड़ा सुनाना चाहना है। चलो सुन लाँगे गोरा जी, असीं थोड़ा गाना चलो एक दिन आ जाओ, फिर मैंने सुना देना। और लेबर रिफॉर्म सी ਜਿਹੜੀ ਤੁਸੀਂ ਮੈਨੂੰ ਪੁੱਛਿਆ ਇੱਥੇ कि लेबर रिफॉर्म्स ਦਾ एनी प्लान, कोई कदम ਤੁਸੀਂ ਚੱਕ ਰਹੇ ਹੋ ਪੰਜਾਬ ਦੇ ਵਿੱਚ। ਦੇਖੋ ਲੇਬਰ ਇੱਕ ਜਿਹੜੀ ਵਧੀਆ ਇਕੋਨਮੀ ਚੱਲ ਰਹੀ ਹੈ, ਆਰਥਿਕਤਾ ਚੱਲ ਰਹੀ ਹੈ ਔਰ ਵਾਈਬਰੈਂਟ ਇਕੋਨਮੀ ਹੋਵੇ, ਬੜੀ ਤਗੜੇ ਤਰੀਕੇ ਨਾਲ ਇਹ ਵੱਧਦੀ ਹੋਵੇ, ਤਾਂ ਲੇਬਰ ਦਾ ਜਿਹੜਾ ਵੀ ਉਹਨਾਂ ਨੂੰ ਦੁੱਖ ਹੈ ਉਹ ਸਾਡਾ ਦੂਰ ਕਰਨਾ ਸਾਡਾ ਕੰਮ ਹੈ। ਐਂਡ ਇਹ ਤਾਂ ਕਿ ਕਾਨੂੰਨ ਵੀ ਚੱਲੇ ਔਰ ਲੇਬਰ ਵੀ ਖੁਸ਼ ਰਹੇ। ਇਹ ਦੋਨੋਂ ਚੀਜ਼ਾਂ ਅਸੀਂ ਅਗਰ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਸਾਨੂੰ ਦੱਸੋ, ਅਸੀਂ ਜ਼ਰੂਰ ਇਹਦਾ ਕੋਈ ਹੱਲ ਕੱਢਾਂਗੇ। ਨਾ ਇੰਡਸਟਰੀ ਚੱਲ ਸਕਦੀ ਹੈ ਲੇਬਰ ਬਗੈਰ, ਔਰ ਨਾ ਲੇਬਰ ਦੇ ਕੋਈ ਨੌਕਰੀਆਂ ਮਿਲਣੀਆਂ ਜਾਂ ਸਾਧਨ ਬਣਨਗੇ ਜਦ ਤਾਈਂ ਇੰਡਸਟਰੀ ਨਾ ਹੋਏ। ਤਾਂ ਤੁਹਾਨੂੰ ਦੋਨੋਂ ਇੱਕ ਭਾਈ ਪੈਣ ਦੇ ਤਰੀਕੇ ਨਾਲ ਜਾਂ ਭਾਈ ਪਾਈ ਦੇ ਤਰੀਕੇ ਨਾਲ ਤੁਹਾਨੂੰ ਚੱਲਣਾ ਪਊ। ਪੰਜਾਬ ਇੱਕ ਸੂਬਾ ਹੈ ਜਿੱਥੇ ਵਧੀਆ ਤਰੀਕੇ ਨਾਲ ਇੱਥੇ ਚੱਲਦਾ ਰਿਹਾ ਔਰ ਅਸੀਂ ਚੱਲਣਾ ਚਾਹੀਦਾ ਇੱਕ ਭਾਈ ਪਾਈ ਦੇ ਇੱਕ ਤਰੀਕੇ ਨਾਲ। ਉਹੀ ਤੁਹਾਡਾ ਕਦਮ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਰੱਖਣਾ ਪਊ। ਤੋ ਇਹੀ ਗੱਲਾਂ ਸੀਆਂ ਥੋੜ੍ਹੀਆਂ ਤੁਸੀਂ ਜਿਹੜੇ ਮੈਨੂੰ ਸਵਾਲ ਕੀਤੇ ਨੇ ਮੈਨੂੰ। ਵਾਹਿਗੁਰੂ ਕਰੇ ਇਹ ਜਿਹੜੇ ਹੁਣ ਆਪਾਂ ਮੇਰੇ ਮਨ 'ਤੇ ਤਾਂ ਇਹੀ ਕੋਵਿਡ ਦਾ ਹੁਣ ਰਹਿੰਦਾ। ਹੁਣ ਫਸਲ ਤਾਂ ਆ ਗਈ ਆਪਣੀ, ਲੇਕਿਨ ਇਹ ਕੋਵਿਡ ਇੱਕ ਚੀਜ਼ ਬਿਮਾਰੀ ਹੈ। ਮੈਂ ਨਹੀਂ ਚਾਹੁੰਦਾ ਕਿ ਦੇਖੋ ਹਰ ਪੰਜਾਬੀ ਜਿਹਨੂੰ ਕੋਵਿਡ ਹੁੰਦਾ ਮੈਨੂੰ ਦੁੱਖ ਹੈ। ਹਰ ਪੰਜਾਬੀ ਜਿਹੜਾ ਮਰਦਾ ਮੈਨੂੰ ਬਹੁਤ ਹੀ ਦੁੱਖ ਹੈ ਕਿ ਮੇਰਾ ਇੱਕ ਪਰਿਵਾਰ ਦਾ ਜੀ ਮੇਰਾ ਚਲਾ ਗਿਆ। ਤੁਹਾਨੂੰ ਪਤਾ ਹੈ ਕਿੰਨੇ ਸਾਡੇ ਮਰ ਚੁੱਕੇ ਨੇ ਅੱਜ ਤਾਈਂ, ਜਦ ਤੋਂ ਕੋਵਿਡ ਸ਼ੁਰੂ ਹੋਇਆ। 40 ਪੰਜਾਬੀ, ਉਹ ਸਾਰੇ ਇਕੱਲੇ ਜਿਨ੍ਹਾਂ ਦੇ ਪਰਿਵਾਰ ਨੇ। ਤੁਸੀਂ ਤਾਂ ਸਾਰੇ ਮੇਰੇ ਵੀਰ ਹੋ, ਕੋਈ ਮੇਰਾ ਭਾਈ ਹੈ, ਕੋਈ ਬੱਚੇ ਨੇ, ਕੋਈ ਤੁਸੀਂ ਮੇਰੇ ਬਜ਼ੁਰਗ ਹੋ। ਇਹ ਮੈਨੂੰ ਦੁੱਖ ਹੁੰਦਾ ਜਦੋਂ ਇਹ ਗੱਲ ਹੁੰਦੀਆਂ ਨੇ। ਤਾਂ ਹੀ ਮੈਂ ਤੁਹਾਨੂੰ ਬਾਰ ਇਹ ਕਦਮ ਚੱਕਣ ਨੂੰ ਕਹਿਣਾ ਕਿ ਆਪਾਂ ਬਚਾ ਲਓ ਆਪਣੇ ਬੰਦਿਆਂ ਨੂੰ। ਔਰ ਪਲੀਜ਼ ਮੇਰੀ ਗੱਲ ਤੁਸੀਂ ਮੰਨੋ ਕਿ ਤੁਸੀਂ ਆਪਣੇ ਸੋਸ਼ਲ ਡਿਸਟੈਂਸਿੰਗ ਰੱਖੋ, ਹੱਥ ਧੋ, ਕੋਈ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ। ਔਰ ਮਾਸਕ ਪਾਓ। ਮਾਸਕ ਮੈਂ ਸਖਤੀ ਕਰੂੰ। 500 ਰੁਪਏ ਹੁਣ ਫਾਈਨ ਹੈ ਮਾਸਕ ਅਗਰ ਕੋਈ ਨਹੀਂ ਪਾਉਂਦਾ, ਔਰ 500 ਰੁਪਏ ਫਾਈਨ ਹੈ ਅਗਰ ਕੋਈ ਥੁੱਕਦਾ। ਔਰ ਇਹਨੂੰ ਮੈਂ ਵਧਾ ਦੂੰਗਾ ਹੋਰ, ਲੇਕਿਨ ਮੈਂ ਇੱਥੇ ਕਰੋਨਾ ਨਹੀਂ ਆਉਣ ਦੇਣਾ। ਔਰ ਤੁਹਾਨੂੰ ਮੈਂ ਬੇਨਤੀ ਕਰਦਾ, ਤੁਸੀਂ ਸਾਰੇ ਪੰਜਾਬੀ ਹੋ, ਆਪਣੇ ਸੂਬੇ ਨੂੰ, ਆਪਣੇ ਗੁਆਂਢ ਨੂੰ, ਆਪਣੇ ਪਿੰਡ ਨੂੰ, ਆਪਣੇ ਸ਼ਹਿਰ ਨੂੰ ਤੁਸੀਂ ਬਚਾਉਣਾ ਹੈ ਔਰ ਤੁਹਾਨੂੰ ਇਹ ਕਦਮ ਚੱਕਣੇ ਪੈਣਗੇ। ਇਹੀ ਮੈਂ ਇੱਥੋਂ ਇੱਕ ਗੱਲ ਤੁਹਾਤੋਂ ਮੰਗਦਾ ਔਰ ਮੈਂ ਆਸ ਕਰਦਾ ਤੁਸੀਂ ਮੇਰੀ ਗੱਲ ਮੰਨੋਗੇ। ਹੁਣ ਮਿਲਾਂਗੇ ਆਪਾਂ ਫਿਰ ਅਗਲੇ ਹਫ਼ਤੇ। ਬਹੁਤ ਧੰਨਵਾਦ ਤੁਹਾਡਾ। ਜੈ ਹਿੰਦ।